ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਪਹਿਲਾ। ਮਰਨ ਨਾ ਮੰਦਾ ਲੋਕਾ ਆਖੀਐ, ਜੇ ਮਰ ਜਾਣੈ ਐਸਾ ਕੋਈ। ਸੇਵਹੁ ਸਾਹਿਬ ਸਮਰੱਥ ਆਪਣਾ, ਪੰਥ ਸੁਹੇਲਾ ਆਗੈ ਹੋਏ। ਮਰਣਾ ਨਾ ਮੰਦਾ ਲੋਕਾ ਆਖੀਐ, ਜੇ ਮਰ ਜਾਣੈ ਐਸਾ ਕੋਈ। ਸੇਵਹੁ ਸਾਹਿਬ ਸਮਰੱਥ ਆਪਣਾ, ਪੰਥ ਸੁਹੇਲਾ ਆਗੈ ਹੋਏ। ਪੰਥ ਸੁਹੇਲੇ ਜਾਵਹੁ ਤਾਂ ਫਲ ਪਾਵਹੁ, ਆਗੈ ਮਿਲੈ ਵਡਾਈ। ਭੇਟੈ ਸਿਉ ਜਾਵਹੁ ਸੱਚ ਸਮਾਵਹੁ, ਤਾਂ ਪਤ ਲਿਖੈ ਪਾਈ। ਮਹਿਲੀ ਜਾਏ ਪਾਵਹੁ ਖਸਮੈ ਭਾਵਹੁ, ਰੰਗ ਸਿਉ ਰਲੀਆਂ ਮਾਣੈ। ਮਰਨ ਨਾ ਮੰਦਾ ਲੋਕਾ ਆਖੀਐ, ਜੇ ਕੋਈ ਮਰ ਜਾਣੈ। ਮਹਿਲੀ ਜਾਏ ਪਾਵਹੁ ਖਸਮੈ ਭਾਵਹੁ, ਰੰਗ ਸਿਉ ਰਲੀਆਂ ਮਾਣੈ। ਮਰਨ ਨਾ ਮੰਦਾ ਲੋਕਾ ਆਖੀਐ, ਜੇ ਕੋਈ ਮਰ ਜਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜੁੜ ਮਿਲ ਬੈਠੇ ਹੋ। ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਣੀ ਹੋਇਓ ਕਿਰਪਾਲਤਾ ਕਰਨਾ। ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਰਹਿਮਤ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਹੈ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਇਹ ਸੁਭਾਗਾ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ਾਂ ਦਾ ਦਰ ਖੁੱਲ੍ਹਿਆ, ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਇਆ। ਤੇ ਇਸ ਪਾਵਨ ਉਪਦੇਸ਼ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਜੋ ਸ਼੍ਰੀ ਮੁਖਵਾਕ ਦੇ ਰੂਪ ਵਿੱਚ ਹੈ,
ਤੇ ਆਸਾ ਕੀ ਵਾਰ ਦੇ ਆਖਰੀ ਸ਼ੰਤ ਦਾ ਚੇਤਾ ਆਉਂਦਾ ਨਾ, ਉੱਥੇ ਕਹਿੰਦੇ ਨੇ ਹਰ ਜੁਗ ਜੁਗ ਭਗਤ ਤੋਂ ਪਾਇਆ। ਤੇ ਸਾਨੂੰ ਕਿਹਾ ਅੰਮ੍ਰਿਤ ਵੇਲੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ। ਇਹ ਅਸਾਂ ਕਹਿਣਾ ਹੈ ਸੱਚੇ ਪਾਤਸ਼ਾਹ, ਤੁਸੀਂ ਤੇ ਆਪਣੇ ਭਗਤਾਂ ਦੀ ਲਾਜ ਸਦਾ ਤੋਂ ਰੱਖਦੇ ਆਏ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ। ਇਹ ਸੱਚੇ ਪਾਤਸ਼ਾਹ, ਤੁਸੀਂ ਸਦਾ ਕਾਲ ਤੋਂ ਜਦੋਂ ਤੋਂ ਵੀ ਜਗਤ ਬਣਿਆ ਹੈ, ਬਣੇ ਹੋਏ ਜਗਤ ਵਿੱਚ ਤੇਰੇ ਪਿਆਰਿਆਂ ਨੇ ਤੇਰੀ ਆਰਾਧਨਾ ਕੀਤੀ ਹੈ। ਤੇ ਜਦੋਂ ਵੀ ਕਿਤੇ ਸੰਸਾਰ ਦੇ ਮਾਇਆ ਦੇ ਪ੍ਰਭਾਵ ਥੱਲੇ ਆਏ ਹੋਏ ਲੋਕਾਂ ਨੇ ਉਹਨਾਂ ਭਗਤਾਂ ਦੇ ਰਾਹ ਵਿੱਚ ਕੋਈ ਅੜਚਨ ਪੈਦਾ ਕੀਤੀ ਹੈ, ਤੇ ਤੁਸੀਂ ਆਪਣੇ ਭਗਤਾਂ ਦੀ ਇੱਜ਼ਤ ਬਚਾਈ, ਲਾਜ ਬਚਾਈ ਹੈ। ਸੱਚੇ ਪਾਤਸ਼ਾਹ, ਠੀਕ ਹੈ, ਅਸੀਂ ਭਗਤ ਤੇ ਨਹੀਂ, ਇਹ ਦਾਵਾ ਤੇ ਨਹੀਂ ਕਰ ਸਕਦੇ ਕਿਸੇ ਭਗਤ, ਪਰ ਫਿਰ ਵੀ ਇੱਕ ਬੇਨਤੀ ਤੇ ਹੈ, ਹਾਂ ਤੇ ਆਖਦੇ ਹੀ ਨਾ। ਬੇਸ਼ੱਕ ਅਸੀਂ ਭਗਤੀ ਦਾ ਦਾਵਾ ਨਹੀਂ ਕਰ ਪਾਵਾਂਗੇ, ਅਸੀਂ ਇਹ ਵੀ ਨਹੀਂ ਦਾਵਾ ਕਰਦੇ ਕਿ ਮਹਾਰਾਜ ਅਸੀਂ ਬੜੇ ਸਿੱਖ ਹੋ ਗਏ, ਨਹੀਂ, ਅਸੀਂ ਸਿੱਖ ਹੋਣ ਦਾ ਦਾਵਾ ਵੀ ਨਹੀਂ ਕਰਦੇ। ਅਸੀਂ ਤੇ ਤਰਲਾ ਕਰਦੇ, ਮਹਾਰਾਜ ਸਾਨੂੰ ਆਪਣੇ ਬਣਾ ਲਓ, ਆਪਣੇ ਸਿੱਖ ਬਣਾ ਲਓ, ਆਪਣੇ ਚਰਨ ਸ਼ਰਨ ਰੱਖ ਲਓ, ਜੈਸੇ ਵੀ ਹਾਂ ਆਪ ਜੀ ਦੇ ਹਾਂ। ਬੜਾ ਪਿਆਰਾ ਬਚਨ ਅਸੀਂ ਕਦੇ ਕਦੇ ਪੜ੍ਹ ਲੈਂਦੇ ਹਾਂ, ਬੁਰੇ ਭਲੇ ਹਮ ਥਾਰੇ। ਇਹ ਸੱਚੇ ਪਾਤਸ਼ਾਹ, ਜੈਸੇ ਵੀ ਹਾਂ ਤੇਰੇ ਆ। ਬਸ ਇਹੀ ਅਰਦਾਸ ਸਾਡੇ ਹਿਰਦੇ 'ਚੋਂ ਨਿਕਲ ਸਕੇ। ਵਿਸਤ੍ਰਿਤ ਸ਼ਬਦ ਨੇ ਕਿ ਬੇਨਤੀ ਕਰਦੇ ਹਾਂ, ਜੋ ਸ਼੍ਰੀਮੁਖ ਵਾਕ ਸਾਨੂੰ ਇੱਥੇ ਪ੍ਰਾਪਤ ਹੁੰਦੇ ਨੇ। ਗ੍ਰਹਿ ਵਿਖੇ ਜਾਣ ਤੋਂ ਬਾਅਦ ਸਮਝੋ ਥੋੜ੍ਹਾ ਜਿਹਾ ਫੁਰਸਤ ਦਾ ਸਮਾਂ ਲੱਗ ਜੇ ਨਾ, ਆਪਣੇ ਕਾਰ ਵਿਹਾਰ ਨਿੱਜ ਦੇ ਕਰਨ ਤੋਂ ਬਾਅਦ ਜਦੋਂ ਵੀ ਸਮਾਂ ਲੱਗੇ, ਇਸ ਸ਼ਬਦ ਨੂੰ ਇੱਕ ਵਾਰ ਦੋ ਵਾਰ ਪੜ੍ਹ ਲਈਏ, ਸਮਝਣ ਦੀ ਕੋਸ਼ਿਸ਼ ਕਰੀਏ। ਅਤੇ ਉੱਥੇ ਪਾਤਸ਼ਾਹ ਮਹਾਰਾਜ ਜੀ ਦੀ ਗੱਲ ਚੇਤੇ ਰੱਖੀਏ, ਗੁਰ ਕਹੈਂ ਕਿਆ। ਆਉਣ ਵਾਲੇ ਸਮੇਂ 'ਚ ਚੌਥੇ ਪਾਤਸ਼ਾਹ ਸਾਹਿਬ ਜੀ ਕਾ ਪਾਵਨ ਪ੍ਰਕਾਸ਼ ਪੁਰਬ ਦੇ ਦਿਨ ਆ ਰਹੇ ਨੇ, ਚੇਤੇ ਕਰੀਏ ਗੁਰ ਕਹੈਂ ਕਿਆ, ਗੁਰ ਕੀ ਕਹਿੰਦੇ ਨੇ, ਅਤੇ ਫਿਰ ਆਪਣੇ ਵੱਲ ਦੇਖ ਲਈਏ, ਹਮ ਕਰੈਂ ਕਿਆ। ਮਹਾਰਾਜ ਕੀ ਕਹਿ ਰਹੇ ਨੇ ਅਤੇ ਅਸੀਂ ਕੀ ਕਰ ਰਹੇ ਹਾਂ। ਕੀ ਮਹਾਰਾਜ ਦਾ ਕਹਿਣਾ ਅਤੇ ਸਾਡਾ ਕਰਨਾ ਥੋੜ੍ਹਾ ਬਹੁਤਾ ਮਿਲਦਾ ਹੈ? ਬਸ ਜਿੰਨਾ ਕੁ ਮਿਲ ਸਕੇ ਮੁਬਾਰਕਾਂ। ਲੱਗੇ ਵੀ ਅਜੇ ਨਹੀਂ ਮਿਲਦਾ, ਥੋੜ੍ਹਾ ਬਹੁਤਾ ਵੀ ਨਹੀਂ, ਤਾਂ ਕੋਈ ਯਤਨ ਕਰੀਏ, ਕੁਝ ਅਰਦਾਸ ਕਰੀਏ, ਕਿਉਂਕਿ ਦੋਨੋਂ ਕੰਮ ਕਰਨੇ ਪੈਣੇ ਆ। ਜੇ ਆਪਾਂ ਕੇਵਲ ਅਰਦਾਸ ਹੀ ਕਰਦੇ ਰਹੇ ਅਤੇ ਯਤਨ ਨਾ ਕੀਤਾ ਤਾਂ ਭਾਵੇਂ ਮਾੜੀ ਗੱਲ ਹੈ ਨਾ। ਅਗਲੇ ਕਹਿਣਗੇ ਲੈ ਤੂੰ ਤਾਂ ਕੁਛ ਕੀਤਾ ਹੀ ਨਹੀਂ। ਉਦਮ ਕਰ, ਮਿਹਨਤ ਕਰ, ਪਰ ਮਿਹਨਤ ਦਾ ਦਾਵਾ ਨਹੀਂ ਕਰਨਾ। ਅਰਦਾਸ ਕਰਨ ਸੱਚੇ ਪਾਤਸ਼ਾਹ ਮੈਥੋਂ ਨਹੀਂ ਹੋ ਪਾ ਰਿਹਾ, ਦਾਵਾ ਨਹੀਂ ਹੈ। ਬਸ ਯਤਨ ਕਰਦੇ ਰਹੀਏ ਅਤੇ ਹੌਲੀ ਹੌਲੀ ਜੀਵਨ ਦੀ ਸਫਲਤਾ ਪ੍ਰਾਪਤ ਹੁੰਦੀ ਹੈ। ਜੀਵਨ ਦੀ ਸਫਲਤਾ ਦਾ ਇੱਕ ਪੈਮਾਨਾ ਸਾਡੇ ਵਡੇਰਿਆਂ ਮੰਨਿਆ ਹੈ। ਜੀਵਨ ਜਿਉਣ ਦੀ ਜੁਗਤ ਆ ਜਾਂਦੀ ਹੈ, ਜੀਵਨ ਦੀ ਸਮਝ ਆ ਜਾਂਦੀ ਹੈ, ਅਤੇ ਪਤਾ ਲੱਗ ਜਾਂਦਾ ਹੈ ਆ ਜੋ ਜਨਮ ਅਤੇ ਮੌਤ ਦੋ ਕਿਰਿਆਵਾਂ ਨੇ, ਇਹ ਜੀਵਨ ਨੂੰ ਮੁਕੰਮਲ ਕਰ ਸਕਦੀਆਂ ਨੇ। ਅਸਾਂ ਜੇ ਇਹਨਾਂ ਵਿਸ਼ਿਆਂ 'ਤੇ ਬਹੁਤ ਘੱਟ ਕੰਮ ਕੀਤੇ। ਕਈ ਵਾਰ ਸਾਨੂੰ ਲੱਗਦਾ ਹੈ ਕਿ ਸਾਡੇ ਸਿੱਖ ਚਿੰਤਕਾਂ ਨੇ ਗੁਰਬਾਣੀ ਦੇ ਗੁਹਜ ਰਹੱਸਵਾਦੀ ਵਿਸ਼ਿਆਂ 'ਤੇ ਘੱਟ ਕੰਮ ਕੀਤੇ, ਜਾਂ ਸਾਨੂੰ ਸਮਾਂ ਨਹੀਂ ਮਿਲਿਆ, ਜਾਂ ਸਾਡਾ ਜੇ ਧਿਆਨ ਇਸ ਪਾਸੇ ਨਹੀਂ ਆਇਆ। ਕੁਝ ਪੱਖ ਨੇ ਜੋ ਬਹੁਤ ਆਪਣੇ ਆਪਣੇ ਰਹੱਸਵਾਦ ਦੇ ਵਿਸ਼ਿਆਂ 'ਤੇ ਕੰਮ ਕਰ ਰਹੇ ਨੇ। ਜੀਵਨ ਅਤੇ ਮ੍ਰਿਤਿੂ ਇਹ ਦੋ ਐਸੇ ਪੱਖ ਨੇ ਜੋ ਜਨਮ ਦੇ ਨਾਲ ਸੰਬੰਧ ਰੱਖਦੇ ਨੇ, ਅਤੇ ਜਦੋਂ ਤਿੰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇੱਕ ਬੜਾ ਪਿਆਰਾ ਬਚਨ ਹੈ, ਜੋਰ ਨਾ ਜੀਵਨ ਮਰਨ ਨਹੀਂ ਜੋਰ। ਇੱਕ ਥਾਂ ਬਚਨ ਦਾ ਜਨਮ ਮਰਨ ਹਮਰੇ ਵੱਸ ਨਾ। ਸਮਝ ਆਈ ਕਿ ਜਨਮ ਮੇਰੇ ਵੱਸ ਵਿੱਚ ਨਹੀਂ ਹੈ ਅਤੇ ਮੌਤ ਵੀ ਮੇਰੇ ਵੱਸ ਵਿੱਚ ਨਹੀਂ ਹੈ। ਜਨਮ ਅਤੇ ਮੌਤ ਦੇ ਦਰਮਿਆਨ ਜੋ ਸਮਾਂ ਮਿਲਿਆ, ਸਾਡੀ ਸਮਝ ਗੋਚਰ ਇਸ ਨੂੰ ਜੀਵਨ ਕਿਹਾ ਗਿਆ। ਇਹ ਅਸਾਂ ਜਿਉਣਾ ਹੈ। ਅਸੀਂ ਸਾਰੇ ਅੱਜ ਤੱਕ ਜਿਤਨੇ ਗਿਆਨ ਵਿਗਿਆਨ ਪੜ੍ਹਦੇ ਆਏ ਹਾਂ, ਸੰਸਾਰ ਦੇ ਲੋਕਾਂ ਨੂੰ ਵੇਖਿਆ, ਜੀ ਜੰਤ ਤੱਕ ਨੂੰ ਵੇਖਿਆ ਹੈ, ਉਹ ਮੌਤ ਤੋਂ ਡਰ ਰਿਹਾ ਹੈ। ਹਰ ਕੋਈ ਜੀ, ਨਿੱਕੀ ਨਿੱਕੀ ਕੀੜੀ ਤੱਕ ਨੂੰ ਵੇਖੀਏ ਨੇ, ਹਾਥੀ ਤੱਕ ਪ੍ਰਯੰਤ ਦੇਖੀਏ, ਸਭ ਮੌਤ ਤੋਂ ਡਰ ਰਹੇ ਨੇ। ਸਾਰਾ ਸਮਾਜ ਇੱਕ ਭੈ 'ਚ ਜੀ ਰਿਹਾ ਹੈ।
ਭਗਤਾਂ ਨੂੰ ਦੇਖਦੇ ਹਾਂ ਫਿਰ ਇਹਦੇ ਵਿੱਚ ਭਗਤ ਨਿਰਭੈ ਜੀ ਰਹੇ ਨੇ। ਬਸ ਜੀ ਤੇ ਦੋਨੋਂ ਰਹੇ ਨੇ, ਇੱਕ ਭੈ ਵਿੱਚ ਜੀ ਰਹੇ ਨੇ, ਇੱਕ ਨਿਰਭੈ ਹੋ ਕੇ ਜੀ ਰਹੇ ਨੇ। ਬਸ ਇਹੀ ਰਹੱਸ ਸਮਝਣਾ ਹੈ। ਜਿਉਣਾ ਤੇ ਅਸਾਂ ਵੀ ਹੈ। ਹੁਣ ਭਾਵੇਂ ਅਸੀਂ ਭੈ ਵਿੱਚ ਜੀ ਲਈਏ ਤੇ ਜਾਂ ਯਤਨ ਕਰੀਏ ਕਿ ਅਸੀਂ ਨਿਰਭੈ ਹੋ ਸਕੀਏ। ਦਰਅਸਲ ਹੌਲੀ ਹੌਲੀ ਜਿਨ੍ਹਾਂ ਨੂੰ ਸਮਝ ਆਈ ਹੈ ਉਹਨਾਂ ਇਸ ਗੱਲ ਨੂੰ ਜਾਣਿਆ ਹੈ ਕਿ ਜੋ ਮੌਤ ਹੈ ਨਾ, ਇਹ ਦੁਖਦਾਈ ਨਹੀਂ ਹੋਣੀ ਚਾਹੀਦੀ। ਪਰ ਸਾਡੇ ਵਾਸਤੇ ਲੱਗਦਾ ਮੌਤ ਬਹੁਤ ਵੱਡੀ ਦੁਖਦਾਈ ਹੈ। ਇਸੇ ਕਰਕੇ ਲੋਕ ਮੌਤ ਨੂੰ ਮੰਦਾ ਕਹਿੰਦੇ ਨੇ, ਬੁਰਾ ਕਹਿੰਦੇ ਨੇ। ਲੋਕ ਤੇ ਮਰ ਜਾਣ ਦਾ ਸ਼ਬਦ ਵੀ ਨਹੀਂ ਵਰਤਦੇ, ਬੋਲਦੇ ਹੀ ਨਹੀਂ। ਪਰ ਅੱਜ ਗੁਰੂ ਨਾਨਕ ਸਾਹਿਬ ਸਾਨੂੰ ਕਿੱਥੇ ਲੈ ਗਏ ਨੇ? ਮਰਨ ਨਾ ਮੰਦਾ ਲੋਕਾਂ ਆਖੀ ਹੈ, ਲੋਕੋ ਮੌਤ ਨੂੰ ਬੁਰਾ ਮਤ ਆਖੋ। ਕਿਤਨਾ ਵੱਡਾ ਰਹੱਸ ਹੈ, ਕਿਤਨੀ ਵੱਡੀ ਵਿਚਾਰਕ ਉਚਾਈ ਹੈ, ਹਾਈਟ ਹੈ ਕਿ ਜਿੱਥੇ ਮੌਤ ਨੂੰ ਵੀ ਚੰਗਾ ਆਖਿਆ ਜਾਏ। ਕਿੰਨਾ ਕੁ ਜੀਵਨ ਨਿਰਮਲ ਹੋਣਾ ਚਾਹੀਦਾ ਹੈ ਜਿੱਥੇ ਮੌਤ ਨੂੰ ਵੀ ਲੋਕ ਨਿਰਮਲ ਕਹਿਣ, ਮੌਤ ਨੂੰ ਕਹਿਣ ਚੰਗਾ ਜਿਉ ਆਇਆ। ਅੱਗੇ ਜਾ ਕੇ ਪਤਾ ਲੱਗਦਾ ਜਦੋਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਉਸ ਮੰਡਲਾਂ ਦੇ ਵਿੱਚੋਂ ਸਾਨੂੰ ਹੋਰ ਬੋਲ ਮਿਲਦੇ ਨੇ, ਦੁਨੀਆ ਬੜੇ ਚਿਰਾਂ ਤੋਂ ਮਰਦੀ ਆ ਰਹੀ ਹੈ ਪਰ ਮਰ ਕੇ ਅਜੇ ਸਮਝ ਨਹੀਂ ਆਈ ਲੋਕਾਂ ਨੂੰ। ਮਰਤਾ ਮਰਤਾ ਜਗ ਮੁਆ, ਮਰ ਭੇ ਨ ਜਾਣਿਆ ਕੋਏ। ਲੋਕਾਂ ਨੂੰ ਮਰਨ ਜਾਚ ਹੀ ਨਹੀਂ ਆਈ। ਸ਼ਾਇਦ ਇਸੇ ਕਰਕੇ ਕਦੇ ਕਦੇ ਕੋਈ ਟਾਵਾਂ ਟਾਵਾਂ ਸਾਡਾ ਵਿਚਾਰ ਕੇ ਕਹਿੰਦਾ ਹੈ, ਦੁਨੀਆ ਦੇ ਜਿਤਨੇ ਵੀ ਪੀਰ ਫਕੀਰ ਹੋਏ, ਗਿਆਨੀ ਹੋਏ, ਸਮੇਂ 'ਤੇ ਆਪਣੇ ਆਪਣੇ ਮੰਡਲਾਂ ਦੇ ਗੁਰੂ ਹੋਏ, ਉਹਨਾਂ ਨੇ ਲੋਕਾਂ ਨੂੰ ਜੀਵਨਾ ਸਿਖਾਇਆ, ਇੱਦਾਂ ਜੀਓ, ਇੱਦਾਂ ਕਰੋ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦਾ ਜੀਵਨ ਯੁੱਗ ਦਾ ਜੋ ਮੰਡਲ ਹੈ, ਉਹ ਜੀਵਨ ਦੀ ਗੱਲ ਤੇ ਕਰਦੇ ਕਰਦਾ, ਪਰ ਇਹ ਪਹਿਲਾ ਮੰਡਲ ਹੈ, ਪਹਿਲਾ ਗਿਆਨ ਪੱਖ ਹੈ ਜਿਨ੍ਹਾਂ ਮਰਨਾ ਸਿਖਾਇਆ। ਮਰਨ ਨੂੰ ਬੁਰਾ ਨਹੀਂ ਕਿਹਾ, ਮੌਤ ਤੋਂ ਡਰ ਨਹੀਂ ਪੈਦਾ ਕੀਤਾ, ਬਲਕਿ ਮਰਨ ਵਾਸਤੇ ਤਿਆਰ ਕੀਤਾ। ਬਲਕਿ ਇਹ ਗੱਲ ਹੌਲੀ ਹੌਲੀ ਸਾਡੇ ਜਿਹਨ 'ਚ ਆ ਜਾਏ, ਕਿਉਂਕਿ ਗੱਲ ਭਾਰੀ ਹੈ, ਯਕਦਮ ਸਮਝ ਨਹੀਂ ਆਉਂਦੀ। ਅਸਾਂ ਨੇ ਜਿਤਨਾ ਵੀ ਸਮਾਂ ਸਾਨੂੰ ਜਨਮ ਤੋਂ ਬਾਅਦ ਮਿਲਦਾ ਏ, ਅਸਾਂ ਮ੍ਰਿਤਿੂ ਦੀ ਤਿਆਰੀ ਕਰਨੀ ਆ। ਜਿਵੇਂ ਬੱਚਿਆਂ ਨੂੰ ਸਮਾਂ ਮਿਲਦਾ ਹੈ, ਉਹ ਪਹਿਲੇ ਦਿਨ ਤੋਂ ABC ਤੋਂ ਸ਼ੁਰੂ ਕਰਦੇ ਨੇ, ਊੜਾ ਆੜਾ ਪੜ੍ਹਦੇ ਜਾਂਦੇ ਨੇ ਤੇ ਤਿਆਰੀ ਕਾਹਦੀ ਕਰਦੇ ਨੇ? ਉਸ ਦਿਨ ਦੀ ਜਿਸ ਦਿਨ ਇੱਜ਼ਤ ਦੇ ਨਾਲ ਡਿਗਰੀ ਲੈ ਕੇ ਕਾਲਜ ਤੋਂ ਪਾਸ ਆਊਟ ਹੋਣਾ ਹੁੰਦਾ ਹੈ, ਉਸ ਦਿਨ ਦੀ ਤਿਆਰੀ, ਸਾਰੀ ਤਿਆਰੀ ਉਸ ਇੱਕ ਦਿਨ ਲਈ ਹੁੰਦੀ ਹੈ। ਵੀ ਜਦੋਂ ਉਹਨਾਂ ਨੇ ਰਿਸਪੈਕਟ ਨਾਲ ਇੱਕ ਵੱਡਾ ਇਵੈਂਟ ਸਦਕੇ ਬਹੁਤ ਵੱਡੇ ਸ਼ਾਨ ਸ਼ੌਕਤ ਦੇ ਨਾਲ, ਇੱਜ਼ਤ ਦੇ ਨਾਲ ਕਾਲਜ ਤੋਂ ਬਾਹਰ ਆਉਣਾ ਹੁੰਦਾ, ਇਹ ਕਹਿ ਕੇ ਕਿ ਤੇਰੀ ਵਿਦਿਆ ਪੂਰੀ ਹੋ ਗਈ, ਤੇਰੇ ਇਮਤਿਹਾਨ ਸਾਰੇ ਸਫਲਤਾ ਨਾਲ ਗੁਜ਼ਰ ਗਏ। ਤੂੰ ਆਪਣੇ ਅਧਿਆਪਨ ਦੇ ਦਰਮਿਆਨ ਅਧਿਆਪਕਾਂ ਤੋਂ ਪੜ੍ਹ ਕੇ ਸਮਝ ਕੇ ਵਿਦਿਆਰਥੀ ਸਮੇਂ ਦੇ ਸਾਰੇ ਇਮਤਿਹਾਨਾਂ ਨੂੰ ਕਾਮਯਾਬੀ ਨਾਲ ਹੱਲ ਕਰ ਲਿਆ, ਪਾਰ ਹੋ ਗਏ, ਅਤੇ ਹੁਣ ਤੈਨੂੰ ਵਿਦਿਆ ਦੇ ਖੇਤਰ 'ਚ ਕੋਈ ਇਮਤਿਹਾਨ ਨਹੀਂ ਦੇਣਾ ਪਵੇਗਾ। ਬਸ ਇਸੇ ਦਿਨ ਲਈ ਤਾਂ ਅਸੀਂ ਜੀ ਰਹੇ ਹਾਂ ਕਿ ਜਿਵੇਂ ਘਰ ਤੋਂ ਸਾਨੂੰ ਮਾਪਿਆਂ ਨੇ ਤੋਰਿਆ ਅਤੇ ਅਸੀਂ ਵਾਪਸ ਡਿਗਰੀਆਂ ਲੈ ਕੇ ਬੱਚਿਆਂ ਨੇ ਆਉਣਾ ਹੁੰਦਾ ਹੈ, ਸਾਡੇ ਕਰਤਾ ਪੁਰਖ ਵਾਹਿਗੁਰੂ ਜੀ ਨੇ ਵੀ ਸਾਨੂੰ ਮਾਤਲੁਕ 'ਤੇ ਤੋਰਿਆ, ਅਤੇ ਇੱਥੋਂ ਵਾਪਸ ਵੀ ਤਾਂ ਅਸਾਂ ਕੁਛ ਲੈ ਕੇ ਜਾਣਾ ਨਾ। ਹਾਂ, ਜਿਨ੍ਹਾਂ ਨੇ ਪੜ੍ਹਾਈ ਨਹੀਂ ਕੀਤੀ ਉਹ ਇਮਤਿਹਾਨਾਂ ਨੂੰ ਬੁਰਾ ਕਹਿੰਦੇ ਨੇ, ਉਹ ਇਮਤਿਹਾਨ ਨੂੰ ਮਾੜਾ ਕਹਿੰਦੇ ਨੇ, ਅਤੇ ਜਿਨ੍ਹਾਂ ਨੇ ਮਿਹਨਤ ਕਰ ਲਈ ਹੁੰਦੀ ਕਹਿੰਦੇ ਕੋਈ ਗੱਲ ਨਹੀਂ, ਛੇਤੀ ਐਗਜ਼ਾਮ ਕਰਾਓ। ਇਸੇ ਤਰ੍ਹਾਂ ਜਿਨ੍ਹਾਂ ਨੇ ਜਪ ਨਹੀਂ ਕੀਤਾ, ਆਪਣੇ ਗੁਰੂ ਕਾ ਹੁਕਮ ਨਹੀਂ ਮੰਨਿਆ, ਇੱਧਰ ਉੱਧਰ ਖਲਾਰਿਆਂ 'ਚ ਪਏ ਰਹੇ, ਉਹ ਡਰਦੇ ਨੇ ਨਾ ਮੌਤ ਨਾ ਹੋਏ। ਅਤੇ ਜਿਨ੍ਹਾਂ ਜਪ ਲਿਆ, ਬੰਦਗੀ ਕਰ ਲਈ, ਕਹਿੰਦੇ ਕਿ ਜਦੋਂ ਮਰਜ਼ੀ ਆ ਜਾਓ, ਅਸੀਂ ਤਾਂ ਤਿਆਰ ਬੈਠੇ ਹਾਂ, ਅਸੀਂ ਤਾਂ ਹਰ ਵਕਤ ਤਿਆਰ ਬਰ ਤਿਆਰ ਬੈਠੇ ਹਾਂ। ਔਰ ਐਸੇ ਵਿਅਕਤੀਆਂ ਦੇ ਨਾਂ ਸੁਣੇ ਪੜ੍ਹੇ ਨੇ, ਉਹ ਕਹਿੰਦੇ ਹੁੰਦੇ ਸਨ ਕਿ ਭਾਈ ਮੌਤ ਆਵੇ ਤਿਆਰ ਬਰ ਤਿਆਰ ਹੋਈ। ਐਸੇ ਗੁਰਮੁਖਾਂ ਨੂੰ ਅਸੀਂ ਵਿਅਕਤੀਗਤ ਤੌਰ 'ਤੇ ਆਪਣੇ ਆਲੇ ਦੇ ਪਰਿਵਾਰਾਂ 'ਚ ਵੇਖਾਂਗੇ, ਜਿਨ੍ਹਾਂ ਦੀ ਅਰਦਾਸ ਸੱਚੇ ਪਾਤਸ਼ਾਹ ਤੇਰੇ ਇਸੇ ਦਰ 'ਤੇ ਸਰੀਰ ਛੱਡਣਾ ਹੈ। ਮੈਂ ਐਸੇ ਵਿਅਕਤੀਆਂ ਦੀ ਨਾਲ ਨਿੱਜੀ ਸਾਂਝ ਪੈਣ ਦਾ ਵਕਤ ਮਿਲਿਆ, ਜਿਹੜੇ ਦਾਵਾ 'ਤੇ ਨਹੀਂ, ਬੇਨਤੀ ਕਰ ਹੱਕ ਦੇ ਨਾਲ ਬੇਨਤੀ ਕਰ, ਮਹਾਰਾਜ ਮੇਰਾ ਕਾਰ ਵਿਹਾਰ ਦੁਨੀਆ ਭਰ 'ਚ ਤੁਰੇ ਫਿਰਨਾ ਹੁੰਦਾ ਹੈ, ਪਰ ਬੇਨਤੀ ਹੈ ਜਿਸ ਦਿਨ ਮੇਰਾ ਅੰਤਲਾ ਸਵਾਸ ਆਵੇ, ਮੈਂ ਸ਼ੀਸ਼ਗੰਜ ਸਾਹਿਬ ਦੀ ਪੌੜੀਆਂ 'ਤੇ ਸਿਰ ਧਰਿਆ ਹੋਵੇ। ਹੱਕ ਦੇ ਨਾਲ ਕਿਹਾ। ਮੈਂ ਉਹਨਾਂ ਨੂੰ ਦੇਖਿਆ ਜਾਤੀ ਤੌਰ 'ਤੇ,
ਬਹੁਤ ਲੰਬਾ ਸਮਾਂ ਜੀਵਨ ਦਾ ਉਹਨਾਂ ਦਾ ਟਰਾਂਸਪੋਰਟ ਦੇ ਨਾਲ ਸੰਬੰਧਿਤ ਕਾਰ ਵਿਹਾਰ, ਕਦੇ ਕਿਤੇ, ਕਦੇ 200 ਮੀਲ ਇੱਧਰ, ਕਦੇ 200 ਮੀਲ ਇੱਧਰ। ਪਰ ਜਿਸ ਦਿਨ ਸ਼੍ਰੀ ਛੱਡਣਾ ਸੀ, ਤਿਆਰ ਬਰ ਤਿਆਰ ਹੋ ਕੇ ਆਏ, ਦੇ ਕਰਾਈ, ਮੱਥਾ ਟੇਕਿਆ, ਨਤਮਸਤਕ ਹੋਏ, ਸਿਰ ਚੁੱਕਿਆ ਹੀ ਨਹੀਂ। ਉਹ ਪਿਆਰੇ ਨੇ ਜਿਨ੍ਹਾਂ ਨੇ ਜੀਵਨ ਸਮਝ ਲਿਆ, ਜਿਨ੍ਹਾਂ ਨੇ ਮੌਤ ਨੂੰ ਬੁਰਾ ਨਹੀਂ ਕਿਹਾ, ਬਲਕਿ ਵੈਲਕਮ ਕੈਸੇ ਕਰਕੇ ਗੁਰੂ ਨਾਨਕ ਕਹਿੰਦੇ ਨੇ। ਗੁਰੂ ਨਾਨਕ ਦੇ ਸਿੱਖ ਨੂੰ ਇੱਥੇ ਪਹੁੰਚਣਾ ਹੈ, ਮੌਤ ਬੁਰੀ ਨਹੀਂ ਜੇ, ਚੰਗੀ ਜੇ। ਪਤਾ ਕਿਉਂ? ਇਹਦੇ ਨਾਲ ਇੱਕ ਦਰਵਾਜ਼ਾ ਖੁੱਲ੍ਹਣ ਦੀ ਉਮੀਦ ਹੈ, ਇੱਕ ਨਵਾਂ ਦਰਵਾਜ਼ਾ, ਇੱਕ ਨਵੇਂ ਲੋਕ ਵਿੱਚ ਜਾਣ ਦੀ ਉਮੀਦ ਹੈ, ਇੱਕ ਨਵਾਂ ਪ੍ਰਕਾਸ਼ ਮਹਿਸੂਸ ਕਰਨ ਦੀ ਉਮੀਦ ਹੈ। ਅਸੀਂ ਇਸ ਉਮੀਦ ਨਾਲ ਜੀ ਰਹੇ ਹਾਂ ਕਿ ਇੱਕ ਦਿਨ ਉਹ ਆਏਗਾ ਜਿੱਦਣ ਆਹ ਪਰਦਾ ਡਿੱਗ ਜਾਏਗਾ, ਆਹ ਦਰਵਾਜ਼ਾ ਇੱਕ ਖੁੱਲ੍ਹ ਜਾਏਗਾ, ਅਤੇ ਜਿਸ ਤੋਂ ਪਾਰ ਇੱਕ ਨਵਾਂ ਪ੍ਰਕਾਸ਼, ਨਵਾਂ ਸੂਰਜ, ਨਵੇਂ ਲੋਕ, ਨਵੀਂ ਦੁਨੀਆ। ਔਰ ਦੁਨੀਆ ਕੈਸੀ ਹੋਏਗੀ? ਉੱਥੇ ਕੋਈ ਦੁੱਖ ਨਹੀਂ ਹੋਏਗਾ, ਉੱਥੇ ਕੋਈ ਨਿੰਦਾ, ਚੁਗਲੀ, ਈਰਖਾ, ਦਵੇਸ਼ ਦਾ ਮਤਲਬ ਹੀ ਨਹੀਂ। ਉਹ ਕਿਹੜਾ ਥਾਂ ਹੋਏਗਾ? ਉਹ ਸੱਚਖੰਡ ਹੋਵੇਗਾ। ਉਹਨੂੰ ਕਿਤੇ ਕਿਸੇ ਨਾਂ ਨਾਲ ਜਾਣਿਆ ਜਾਂਦਾ ਹੈ, ਕਿਸੇ ਬੇਗਮਪੁਰਾ ਸ਼ਹਿਰ ਕੋ ਨਾਮ ਹੋਏਗਾ। ਉਸ ਸ਼ਹਿਰ ਚਲੇ ਜਾਣਾ ਸੀ ਜਿੱਥੇ ਦੁੱਖ ਅੰਦੋਹ ਨਹੀਂ ਤੇ ਠਾਓ ਨਾ, ਉੱਥੇ ਕਿਸੇ ਪ੍ਰਕਾਰ ਦੀ ਈਰਖਾ ਨਹੀਂ। ਸ਼ਾਇਦ ਇਸੇ ਕਰਕੇ ਰਹੱਸਵਾਦੀ ਭਗਤ ਕਹਿੰਦੇ ਨੇ, ਜੀ ਆਇਆਂ ਕਿਆ ਕਰੋ। ਇਹ ਤਾਂ ਇੱਕ ਐਸੀ ਘਟਨਾ ਹੈ, ਇੱਕ ਐਸਾ ਮੋੜ ਹੈ ਜਿਸ ਤੋਂ ਅੱਗੇ ਜਾ ਕੇ ਮੇਰੇ ਪ੍ਰੀਤਮ ਜੀ ਦੇ ਨਾਲ ਮਿਲਾਪ ਹੋ ਸਕਦਾ ਹੈ। ਇਸੇ ਕਰਕੇ ਬਾਬਾ ਕਬੀਰ ਸਾਹਿਬ ਜੀ ਨੇ ਮੌਤ ਦੇ ਦਰਸ਼ਨ ਨੂੰ ਇੱਕ ਸੰਸਾਰੀ ਵਿਵਾਹ ਦੇ ਨਾਲ ਜੋੜਿਆ। ਜਿਵੇਂ ਅਸੀਂ ਦੇਖਦੇ ਹਾਂ ਗੁਰਬਾਣੀ 'ਚ ਇਸ ਦਰਸ਼ਨ ਨੂੰ ਬਹੁਤ ਵਾਰ ਦਿਖਾਇਆ ਹੈ ਕਿ ਜਿਵੇਂ ਵਿਵਾਹ ਦੇ ਸਮੇਂ 'ਤੇ ਅਸੀਂ ਦੇਖਦੇ ਹਾਂ, ਸਾਡਾ ਸਮਾਜਿਕ ਦਰਸ਼ਨ ਹੈ ਕਿ ਬੀਬੀਆਂ ਨੂੰ ਪੇਕਿਆਂ ਤੋਂ ਘਰ ਛੱਡਣਾ ਪੈਣਾ ਹੈ, ਅਤੇ ਵਿਆਹ ਇੱਕ ਖੁਸ਼ੀ ਦਾ ਸਮਾਗਮ ਹੈ ਨਾ। ਬੇਸ਼ੱਕ ਕੁਝ ਸਮੇਂ ਦਾ ਵਿਰਾਗ ਨਜ਼ਰ ਆਉਂਦਾ ਹੈ, ਪਰ ਅਸਲੀਅਤ ਵਿੱਚ ਤਾਂ ਖੁਸ਼ੀ ਦਾ ਸਮਾਗਮ ਹੈ। ਖੁਸ਼ੀ ਨਾਲ ਮਾਪੇ ਵਿਆਹ ਕਰਦੇ ਨੇ ਨਾ। ਇਸ ਤਰ੍ਹਾਂ ਭਗਤ ਸਾਹਿਬ ਕਹਿਣ ਲੱਗੇ, ਦੇਖੋ ਕਿੰਨੀ ਖੁਸ਼ੀ ਦਾ ਵਕਤ ਹੈ। ਕਹੋ ਕਬੀਰ ਮੋਹ ਵਿਆਹ ਚਲੇ ਹੈ। ਆ ਦੇਖੋ ਮੈਨੂੰ ਵਿਆਹ ਕੇ ਲੈ ਚਲੇ ਨੇ, ਕੌਣ ਲੈ ਚਲੇ ਨੇ? ਲੋਕ ਮੌਤ ਕਹਿੰਦੀ ਹੋਏਗੀ ਕਿ ਦੇਖੋ ਮਰ ਚਲਿਆ। ਕਹਿਣ ਲੱਗੇ ਨਹੀਂ, ਮੈਂ ਤਾਂ ਵਿਆਹ ਕੇ ਚੱਲਿਆ ਹੈ, ਮੈਂ ਤਾਂ ਵਿਆਹ ਕੇ ਜਿੰਦ ਸਰੀਰ ਸਾਰਾ ਸੰਸਾਰ ਪੇਕਾ ਕਰ ਛੱਡ ਕੇ ਆਪਣੇ ਪ੍ਰੀਤਮ ਕੇ ਦੇਸ਼ ਜਾਣ ਦਾ ਵਕਤ ਮਿਲਿਆ ਹੈ। ਇਸ ਕਰਕੇ ਅੱਜ ਸਾਨੂੰ ਇਸ ਨੁਕਤੇ ਨੂੰ ਕਿਤੇ ਸਮਝ ਸਕੀਏ। ਅਸੀਂ ਐਸਾ ਨਾ ਕਿ ਮੌਤ ਬੁਰੀ ਹੈ, ਮੌਤ ਇੱਕ ਚੰਗਾ ਪੱਖ ਵੀ ਹੈ, ਪਰਮਾਤਮਾ ਦੇ ਮਿਲਾਪ ਦਾ ਆਨੰਦ ਵੀ ਹੈ। ਦੁਨਿਆਵੀ ਦਾਰਸ਼ਨਿਕ ਵੀ ਕਹਿੰਦੇ ਨੇ ਕਿ ਮੌਤ ਸੰਸਾਰ ਦੇ ਦੁੱਖਾਂ ਤੋਂ ਬਚਾ ਦਿੰਦੀ ਹੈ, ਆਨੰਦ ਵਿੱਚ ਲੈ ਆਉਂਦੀ ਹੈ। ਇਸ ਕਰਕੇ ਕਹਿਣ ਲੱਗੇ ਮਰਨ ਮੌਤ ਨੂੰ ਨਾ ਮੰਦਾ ਲੋਕਾਂ ਆਖੀਐ। ਹੇ ਲੋਕੋ, ਮੌਤ ਨੂੰ ਬੁਰਾ ਨਾ ਆਖਿਆ ਕਰੋ। ਇਸ ਦਾ ਦੂਸਰਾ ਪੱਖ ਅਸੀਂ ਲੈਂਦੇ ਹਾਂ, ਮੌਤ ਕਿਹਦੀ ਰਚਨਾ ਹੈ? ਪ੍ਰਮਾਤਮਾ ਦੀ। ਜੇ ਜਨਮ ਪ੍ਰਮਾਤਮਾ ਨੇ ਦਿੱਤਾ ਹੈ ਤਾਂ ਤੁਸੀਂ ਮੰਦਾ ਕਿਹਾ ਕਿ ਹਾਏ ਮੇਰਾ ਜਨਮ ਕਿਉਂ ਹੋ ਗਿਆ? ਅਸੀਂ ਤਾਂ ਕਦੇ ਕਹਿ ਨਹੀਂ ਪਏ, ਕਿ ਉਦੋਂ ਚੇਤਨਾ ਹੀ ਨਹੀਂ ਸੀ। ਸਾਡੇ ਘਰ ਬੱਚਿਆਂ ਦਾ, ਬਾਲਕਾਂ ਦਾ ਜਨਮ ਹੁੰਦਾ ਹੈ, ਅਸੀਂ ਕਦੇ ਕਿਹਾ ਵੀ ਹਾਏ ਬੜਾ ਬੁਰਾ ਹੋਇਆ ਭਾਈ ਤੇਰੇ ਘਰ ਬਾਲਕ ਦਾ ਜਨਮ ਹੋ ਗਿਆ? ਕਦੇ ਨਹੀਂ ਕਹਿੰਦੇ। ਖੁਸ਼ੀ ਮਨਾਉਂਦੇ ਹਾਂ, ਪਰ ਬੜੇ ਅਫਸੋਸ ਨਾਲ ਕਹਿੰਦੇ ਹਾਏ ਬੜਾ ਬੁਰਾ ਹੋਇਆ ਤੇਰੇ ਘਰ ਮੌਤ ਆ ਗਈ। ਉਹ ਭਾਈ ਜੇ ਜਨਮ ਭਾਣਾ ਹੈ ਤੇ ਮੌਤ ਵੀ ਭਾਣਾ ਹੈ, ਤੇ ਜੇ ਮੌਤ ਭਾਣਾ ਹੈ ਤੇ ਜਨਮ ਵੀ ਭਾਣਾ ਹੈ। ਅਸਾਂ ਕੇਵਲ ਮੌਤ ਨੂੰ ਹੀ ਭਾਣਾ ਕਹਿ ਦਿੱਤਾ। ਅਸੀਂ ਮੌਤ ਨੂੰ ਇੱਕ ਡਰ ਪੈਦਾ ਕੀਤਾ, ਹਾਏ ਭਾਣਾ ਹੋ ਜਾਏਗਾ, ਭਾਣਾ ਵਰਤ ਜਾਏਗਾ। ਉਹ ਭਾਈ ਭਾਣਾ ਤੇ ਹੋਇਆ ਹੈ, ਭਾਣਾ ਤੇ ਵਰਤਿਆ ਤਾਂ ਹੀ ਤੇ ਅਸੀਂ ਸੰਸਾਰ ਤੇ ਆਏ। ਜਾਂ ਤੇ ਭਾਣਾ ਤਾਂ ਜੰਮਿਆ ਉਹਨੂੰ ਭਾਏ ਹਾਂ, ਤਾਂ ਚੰਗੇ ਲੱਗੇ ਤਾਂ ਜਨਮ ਦਿੱਤਾ ਹੈ, ਤੇ ਚੇਤਰਨਾ ਨੂੰ ਚੰਗੇ ਲੱਗਾਂਗੇ ਚੁਣ ਲਵੇਗਾ। ਜਦੋਂ ਸਾਡੀ ਵਾਰੀ ਆ ਜਾਏਗੀ ਅਸੀਂ ਚੁਣੇ ਜਾਵਾਂਗੇ। ਇਸ ਕਰਕੇ ਤਿਆਰੀ ਕਰੀਏ ਕਿ ਅੱਜ ਮੇਰੀ ਵਾਰੀ ਹੈ। ਭਗਤੀ ਦਰਸ਼ਨ 'ਚ ਬੜਾ ਪਿਆਰਾ ਜਿਹਾ ਬਚਨ ਅਸੀਂ ਕਦੇ ਕਦੇ ਪੜ੍ਹਦੇ ਹਾਂ, ਆਜ ਮੋਰੀ ਵਾਰੀ ਹੈ। ਪਰਮਾਤਮਾ ਨੂੰ ਮਿਲਣ ਦੀ ਮੇਰੀ ਵਾਰੀ ਆ ਜਾਏ ਤੇ ਕਿਹਨੂੰ ਮਿਲੇਗਾ ਪਰਮਾਤਮਾ ਦਾ ਬਖਸ਼ਿਸ਼ ਪ੍ਰਦਰਸ਼ਨ? ਅਧਿਆਤਮਿਕ ਤੌਰ 'ਤੇ ਅਤੇ ਰੂਹਾਨੀ ਤੌਰ 'ਤੇ ਸਾਨੂੰ ਦੱਸਿਆ ਗਿਆ, ਭਾਈ ਜੀਵਤ ਮ੍ਰਿਤਕ ਹੋਏ, ਆਪਣੇ ਜੀਵਨ ਨੂੰ ਇੰਨਾ ਵਿਨਮਰ, ਇੰਨਾ ਸਾਫਟ, ਇੰਨਾ ਸਾਊਂਡ ਕਰ ਲੈ ਜਿਵੇਂ ਮੁਰਦੇ ਦਾ ਸਮਾਂ ਹੁੰਦਾ ਹੈ। ਧੰਨ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਸਿੱਖਾਂ ਪੁੱਛਿਆ, ਮਹਾਰਾਜ ਆਪਣੇ ਤੇ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੀ ਸੰਗਤ ਬਹੁਤ ਕੀਤੀ, ਮੇਰੀ ਸੰਗਤ ਹੀ ਨਹੀਂ ਕੀਤੀ, ਆਪਨੇ ਗੁਰੂ ਨਾਨਕ ਸਾਹਿਬ ਨੂੰ ਮਾਣਿਆ। ਯਾਦ ਰੱਖਣਾ, ਸੰਗਤ ਕਰਨੀ ਅਤੇ ਮੰਨਣਾ ਬੜਾ ਫਰਕ ਹੈ। ਤੁਸੀਂ ਮੰਨਦੇ ਗੁਰੂ ਨਾਨਕ ਹੀ ਹੋ ਗਏ ਹੋ,
ਤੇ ਸਾਨੂੰ ਇੱਕ ਗੱਲ ਦੱਸੋ, ਸੰਗਤ ਵਿੱਚ ਅਸੀਂ ਕਿੱਦਾਂ ਆਇਆ ਕਰੀਏ ਤਾਂ ਕਿ ਅਸੀਂ ਤੁਹਾਡੇ ਨਾਲ ਜੁੜ ਸਕੀਏ, ਸਾਡੀ ਤੁਹਾਡੇ ਨਾਲ ਅਭੇਦਤਾ ਹੋ ਸਕੇ। ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਅਸੀਂ ਗੁਰੂ ਅੰਗਦ ਵਾਂਗ ਗੁਰੂ ਬਣਨਾ ਚਾਹੁੰਦੇ ਹਾਂ, ਪਰ ਮਹਾਰਾਜ ਕਮ ਸੇ ਕਮ ਦੂਰੀ ਤੇ ਮਿਟ ਜਾਏ, ਅਸੀਂ ਸਮਾ ਤੇ ਸਕੀਏ। ਮਹਾਰਾਜ ਪਹਿਲਾਂ ਤੇ ਕੁਝ ਪਲ ਚੁੱਪ ਕਰ ਰਹੇ, ਜਦੋਂ ਦੁਬਾਰਾ ਪੁੱਛਿਆ ਤੇ ਮਹਾਰਾਜ ਕਹਿਣ ਲੱਗੇ ਜਿਵੇਂ ਮੁਰਦਾ ਕਬਰ ਵਿੱਚ ਆਉਂਦਾ ਹੈ। ਹੈਰਾਨ ਹੋ ਗਏ ਮਹਾਰਾਜ। ਅਸਾਂ ਤੇ ਪੁੱਛਿਆ ਸੰਗਤ ਵਿੱਚ ਆਉਣ ਦੀ ਗੱਲ, ਸੰਗਤ ਵਿੱਚ ਕਿਵੇਂ ਆਈਏ, ਗੁਰੂ ਦੇ ਕੋਲ ਕਿਵੇਂ ਆਈਏ? ਤੁਸੀਂ ਕਹਿੰਦੇ ਹੋ ਮੁਰਦਾ ਕਬਰ ਵਿੱਚ ਆਏ। ਮਹਾਰਾਜ ਕਹਿੰਦੇ ਕਦੇ ਮੁਰਦਾ ਦਫਨ ਕਰਾਇਆ ਜੇ? ਇਸਲਾਮਕ ਮੰਡਲ ਦੀ ਜੁਗਤ ਹੈ, ਕਦੇ ਤੁਸੀਂ ਮੁਰਦਾ ਦਫਨ ਕਰਦਿਆਂ ਵੇਖਿਆ? ਬਹੁਤ ਸਾਰੇ ਕਹਿਣ ਲੱਗੇ ਹਾਂ ਭਾਈ, ਆਂਢ ਗੁਆਂਢ ਵਿੱਚ ਜਦੋਂ ਕਿਤੇ ਸਾਡੇ ਸੱਜਣਾ ਮਿੱਤਰਾਂ ਜਿਹੜੇ ਇਸਲਾਮ ਨਾਲ ਸੰਬੰਧਿਤ ਨੇ ਉਹਨਾਂ ਦੇ ਘਰ ਮੌਤ ਹੁੰਦੀ ਤੇ ਦਫਨ ਦੇ ਸਮੇਂ ਜਾਈਦਾ, ਦੇਖਿਆ ਹੈ। ਮਹਾਰਾਜ ਕਹਿੰਦੇ ਕਿਆ ਦੇਖਿਆ? ਕਹਿਣ ਲੱਗੇ ਜਦੋਂ ਕਾਟੋਆ ਪੁੱਟ ਲੈਂਦੇ ਨੇ, ਕਬਰ ਕਹਿੰਦੇ ਨੇ, ਬਾਕੀ ਸਾਰਾ ਕੁਝ ਸਾਡੇ ਵਾਂਗ ਹੀ ਇਸ਼ਨਾਨ ਪਾਨ ਕਰਾਉਂਦੇ ਨੇ, ਚਿੱਟੇ ਕੱਪੜੇ ਪਾ ਦਿੰਦੇ ਨੇ, ਪਰ ਉਸ ਨੂੰ ਬੜੇ ਅਦਬ ਦੇ ਨਾਲ ਕਬਰ ਦੇ ਵਿੱਚ ਰੱਖ ਉੱਤੇ ਮਿੱਟੀ ਪਾ ਦਿੰਦੇ ਨੇ। ਕਹਿਣ ਲੱਗੇ ਕਦੇ ਮੁਰਦੇ ਨੇ ਕਿਹਾ ਕਿ ਤੁਸੀਂ ਮੈਨੂੰ ਨਵਾ ਕੇ ਮਿੱਟੀ ਕਿਉਂ ਪਾਉਂਦੇ ਹੋ? ਚੁੱਪ ਕਰਕੇ ਮਹਾਰਾਜ ਮੁਰਦਾ ਕਿਆ ਬੋਲੇਗਾ? ਕਹਿਣਗੇ ਆਪਣੇ ਨੂੰ ਕਦੇ ਵੇਖਿਆ? ਤੁਸੀਂ ਨਹਾ ਧਵਾ ਕੇ ਚਿੱਟੇ ਕੱਪੜੇ ਪਾ ਕੇ ਫੁੱਲ ਚੜ੍ਹ ਕੇ ਮਾਲਾਵਾਂ ਪਾ ਕੇ 4 ਬੰਦੇ ਚੁੱਕ ਕੇ ਲੈ ਕੇ ਆਉਂਦੇ ਤੇ ਲੱਕੜਾਂ ਮੋਟੀਆਂ ਮੋਟੀਆਂ ਉੱਤੇ ਧਰ ਦਿੰਦੇ ਹੋ? ਕਦੇ ਉਹਨੇ ਬੋਲ ਕੇ ਕਿਹਾ ਭਾਈ ਮੇਰੇ ਤੇ ਇੰਨਾ ਭਾਰ ਕਾਹਨੂੰ ਲੱਦਦੇ ਪਏ ਹੋ? ਕਦੇ ਉਹਨੇ ਕਿਹਾ ਕਿ ਮੈਨੂੰ ਅੱਗ ਕਿਉਂ ਲਾਉਂਦੇ? ਮੈਨੂੰ ਤੇ ਅੱਗ ਤੋਂ ਡਰ ਲੱਗਦਾ ਸੀ। ਕਹਿਣ ਲੱਗੇ ਮਹਾਰਾਜ ਤੇ ਮੁਰਦਾ ਹੁੰਦਾ ਹੈ, ਉਹ ਕਿਆ ਬੋਲੇਗਾ? ਕਹਿਣ ਲੱਗੇ ਬਸ ਇਸੇ ਤਰ੍ਹਾਂ ਜਿਵੇਂ ਮੁਰਦਾ ਨਹੀਂ ਬੋਲਦਾ ਨਾ, ਸੰਗਤ ਵਿੱਚ ਆ ਕੇ ਤੂੰ ਵੀ ਨਹੀਂ ਬੋਲਣਾ। ਜੋ ਹੁੰਦਾ ਹੋ ਲੈਣ ਦੇ, ਜੋ ਗੁਰੂ ਕਰਦੇ ਨੇ ਕਰ ਲੈਣ ਦੇ। ਤੇ ਗੁਰੂ ਬਸ ਉੱਥੇ ਤੇ ਚਲੋ ਮੁਕਾਣਾ ਹੁੰਦਾ ਹੈ, ਸ਼ਮਸ਼ਾਨ ਵਿੱਚ ਭਾਵੇਂ ਕਬਰ 'ਚ ਪਾਓ ਤੇ ਭਾਵੇਂ ਚਿਤਾ 'ਤੇ ਰੱਖੋ, ਉੱਥੇ ਤੁਸੀਂ ਮੁਕਾਣਾ ਹੈ। ਤੇ ਕਹਿਣ ਲੱਗੇ ਬਸ ਇੱਥੇ ਵੀ ਗੁਰੂ ਸੰਗਤ ਵਿੱਚ ਆ ਕੇ ਤੁਸੀਂ ਆਪਣਾ ਮਨ ਮੁਕਾਣਾ ਹੈ, ਆਪਣੇ ਮਨ ਦੀ ਮਰਜ਼ੀ ਨੂੰ ਮੁਕਾਣਾ ਹੈ, ਕਿਉਂਕਿ ਉਹ ਸਾਰਾ ਤਨ ਦਾ ਮੰਡਲ ਹੈ। ਇਸ ਕਰਕੇ ਉੱਥੇ ਤਨ ਮੁਕਾਇਆ ਜਾਂਦਾ ਹੈ, ਤਨ ਖਤਮ ਕੀਤਾ ਜਾਂਦਾ ਹੈ। ਉੱਥੇ ਮਨ ਆਤਮਾ ਦੀ ਗੱਲ ਨਹੀਂ ਹੈ, ਕਿਉਂਕਿ ਪਤਾ ਹੀ ਨਹੀਂ ਉੱਥੇ ਕੀ ਕਿਉਂ ਹੈ। ਪਰ ਇੱਥੇ ਤੇ ਗੱਲ ਹੀ ਮਨ ਤੇ ਆਤਮਾ ਦੀ ਹੈ। ਇੱਥੇ ਆਪਣਾ ਤੁਸੀਂ ਮਨ ਮੁਕਾਉਣਾ ਹੈ, ਮਨ ਮਾਰਨਾ ਹੈ। ਇਸੇ ਕਰਕੇ ਜਿਤਨਾ ਵੀ ਅਧਿਆਤਮਕ ਮੰਡਲ ਹੈ, ਮਨ ਮਾਰੇ ਬਿਨ ਭਗਤ ਨਾ ਹੋਈ। ਜੋ ਮਨ ਮਾਰੇ ਆਪਣਾ, ਜੋ ਮਨ ਹੀ ਮਾਰਨਾ ਪੈਣਾ ਨਾ, ਤੇ ਮਨ ਇਤਨਾ ਸ਼ਾਂਤ ਹੋ ਜਾਏ, ਇਤਨਾ ਸਾਊਂਡ ਹੋ ਜਾਏ ਕਿ ਜੋ ਗੁਰੂ ਕਾ ਹੁਕਮ ਹੈ ਵਰਤ ਰਹੇ। ਸਾਡੇ ਵਾਸਤੇ ਜੁਗਤ ਹੈ। ਅਸਾਂ ਪੰਚਮ ਪਾਤਸ਼ਾਹ ਸਾਹਿਬ ਜਿਹਨੂੰ ਤਤੀ ਤਵੀ 'ਤੇ ਬੈਠੇ ਦੇਖਿਆ, ਲੋਕ ਸਾਰਾ ਲਾਹੌਰ ਤਰਾਹ ਤਰਾਹ ਕਰਦਾ ਹੋਏਗਾ ਨਾ। ਸਾਈਂ ਮੀਆਂ ਮੀਰ ਵਰਗੇ ਸ਼ਖਸੀਅਤ ਭਗਤ ਬੰਦਗੀ ਵਾਲੇ ਵੀ ਸਾਹਮਣੇ ਆ ਕੇ ਹਾ ਦਾ ਨਾਰਾ ਮਾਰਦੇ ਨੇ, ਪਰ ਅੱਗੋਂ ਜਿਹੜੇ ਤਤੀ ਤਵੀ 'ਤੇ ਬੈਠੇ ਨੇ ਉਹਨਾਂ ਨੂੰ ਦੇਖਿਆ ਕਦੇ ਆਪਾਂ? ਉਹ ਕਹਿਣ ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ। ਇਹ ਮੇਰੇ ਮਿੱਤਰਾਂ ਨੇ ਕੀਤੇ। ਯਾਦ ਰੱਖਣਾ, ਜੇ ਜਨਮ ਕਰਤਾ ਪੁਰਖ ਦੀ ਬਖਸ਼ਿਸ਼ ਹੈ ਨਾ, ਤੇ ਮੌਤ ਵੀ ਇੱਕ ਬਖਸ਼ਿਸ਼ ਹੀ ਹੈ। ਸਾਨੂੰ ਇੱਥੇ ਪਹੁੰਚਣਾ ਪੈਣਾ ਹੈ। ਮੌਤ ਦੁਖਦਾਈ ਨਹੀਂ ਹੈ, ਮੌਤ ਕੋਈ ਸ਼ਰਾਪ ਨਹੀਂ ਹੈ, ਕਿਉਂਕਿ ਕਰਤਾ ਪੁਰਖ ਕਦੇ ਆਪਣੇ ਪਿਆਰਿਆਂ ਨੂੰ ਸ਼ਰਾਪ ਨਹੀਂ ਦਿੰਦੇ। ਕਰਤਾ ਪੁਰਖ ਵਾਹਿਗੁਰੂ ਜੀ ਕਦੇ ਆਪਣੇ ਪਿਆਰਿਆਂ ਨੇ ਜਿਨ੍ਹਾਂ ਨੂੰ ਜਨਮ ਦਿੱਤਾ ਹੈ ਉਹਨਾਂ ਨੂੰ ਕੋਈ ਐਸੀ ਭੈੜੀ ਚੀਜ਼ ਥੋੜ੍ਹਾ ਦੇਣਗੇ ਜਿਹਦੇ ਨਾਲ ਉਹਨੂੰ ਕੋਈ ਪਰੇਸ਼ਾਨੀ ਹੋਵੇ। ਨਹੀਂ, ਜਿਹਨੂੰ ਅਸਾਂ ਮੌਤ ਕਿਹਾ, ਕਰਤਾ ਪੁਰਖ ਵਾਹਿਗੁਰੂ ਜੀ ਨੇ ਵਾਪਸ ਬੁਲਾਉਣ ਦਾ ਇੱਕ ਵਿਧਾਨ ਹੈ। ਜਿਵੇਂ ਜਨਮ ਦਾ ਇੱਕ ਵਿਧਾਨ ਹੈ, ਇਵੇਂ ਮੌਤ ਇੱਕ ਵਿਧਾਨਕ ਪ੍ਰਕਿਰਿਆ ਹੈ। ਡਰ ਇਸ ਕਰਕੇ ਲੱਗਦਾ ਹੈ ਕਿ ਅਸਾਂ ਇਹਦੇ ਵਾਸਤੇ ਆਪਣੇ ਆਪ ਨੂੰ ਤਿਆਰ ਨਹੀਂ ਕੀਤਾ ਹੁੰਦਾ। ਬਸ ਰੂਹਾਨੀ ਮੰਡਲ ਅਭਿਆਸੀਆਂ ਨੂੰ ਪਤਾ ਹੈ ਕਿ ਰੂਹਾਨੀ ਮੰਡਲ 'ਚ ਅਸੀਂ ਜਨਮ ਵਾਸਤੇ ਵੀ ਤਿਆਰ ਨਹੀਂ ਹੁੰਦੇ, ਇਸ ਕਰਕੇ ਰੋਂਦੇ ਪਿੱਟਦੇ ਜਨਮ ਲੈਂਦੇ ਹਾਂ। ਜਿਨ੍ਹਾਂ ਅਭਿਆਸੀ ਜੀਆਂ ਨੇ ਰੂਹਾਨੀ ਮੰਡਲ ਦੀਆਂ ਤਿਆਰੀਆਂ ਪ੍ਰਪੱਕ ਕੀਤੀਆਂ ਹੁੰਦੀਆਂ ਨੇ, ਜਦੋਂ ਸਮਾਂ ਮਿਲ ਕੇ ਕਿਤੇ ਉਹਨਾਂ ਜਨਮ ਵੀ ਮਿਲਦਾ ਹੈ ਤੇ ਉਹ ਰੋਂਦੇ ਪਿੱਟਦੇ ਨਹੀਂ ਗੇ, ਕਿਉਂਕਿ ਉਹ ਜਨਮ ਮਰਨ ਦੋਹਾਂ ਦੇ ਵਿੱਚ ਹੁੰਦੇ ਨਹੀਂ ਗੇ। ਅਸਾਂ ਵੀ ਉੱਥੇ ਹੀ ਜਾਣਾ ਹੈ ਜਿੱਥੇ ਜਨਮ ਤੇ ਮਰਨ ਦੇ ਵਿੱਚ ਨਾ ਹੋਈਏ। ਮਾਲਕ ਦਾ ਹੁਕਮ ਆਇਆ, ਤੁਰ ਪਏ ਭਾਈ। ਮਾਲਕ ਦਾ ਹੁਕਮ ਆਇਆ, ਇੱਧਰ ਉੱਧਰ ਨੂੰ ਤੁਰ ਪਵਾਂਗੇ। ਬਸ ਜਨਮ ਤੇ ਮੌਤ ਇਹਨਾਂ। ਇਸੇ ਕਰਕੇ ਗੁਰੂ ਨਾਨਕ ਕਿ ਮੌਤ ਨੂੰ ਬੁਰਾ ਨਾ ਆਖੋ, ਮੌਤ ਦੇ ਰਹੱਸ ਨੂੰ ਸਮਝੋ। ਮੌਤ ਤੁਹਾਡੇ ਵਾਸਤੇ ਇੱਕ ਨਵਾਂ ਜੀਵਨ ਲੈ ਕੇ ਆਉਂਦੀ ਹੈ।
ਮੌਤ ਤੁਹਾਡੇ ਵਾਸਤੇ ਤੁਹਾਡੇ ਪ੍ਰਭੂ ਪਿਆਰੇ ਨੇ ਮਿਲਾਪ ਦਾ ਸਾਧਨ ਲੈ ਕੇ ਆਉਂਦੀ ਹੈ। ਮੌਤ ਇੱਕ ਆਤਮਾ ਅਤੇ ਪ੍ਰਮਾਤਮਾ ਦੇ ਮਿਲਾਪ ਦਾ ਇੱਕ ਸੰਪੰਨ ਵਿਵਾਹਿਕ ਮੰਡਲ ਹੈ। ਭਾਈ ਸਾਹਿਬ ਜੀ ਸਾਨੂੰ ਕਿਹਾ ਕਰਦੇ ਸੀ, ਇਸ ਨੂੰ ਇੰਝ ਸਮਝਿਆ ਕਰੋ ਜਿਵੇਂ ਅਸੀਂ ਸੰਸਾਰ ਵਿੱਚ ਰਿਸ਼ਤੇ ਕਰਦੇ ਹਾਂ ਨਾ, ਰਿਸ਼ਤੇ ਕਰਦੇ ਕਰਦੇ ਫਿਰ ਵਿਵਾਹ ਕਰਦੇ ਹਾਂ, ਜੀਵਨ ਜਿਉਂਦੇ ਹਾਂ। ਇਹ ਵਿਵਾਹ, ਇਹ ਸੰਸਾਰ ਦੇ ਰਿਸ਼ਤੇ ਸਾਡਾ ਇੱਕ ਰਿਹਰਸਲ ਹੈ। ਇਹ 'ਚ ਜਿਵੇਂ ਰਿਹਰਸਲ ਕਰਦੇ ਹਾਂ ਵੀ ਕਿਸੇ ਦਿਨ ਆਏ, ਮਾਤਾ ਪਿਤਾ ਆਏ, ਉਹਨੂੰ ਆਪਾਂ ਰੋਕਾ ਕਹਿੰਦੇ, ਰੋਕਾ ਕਰ ਗਏ, ਫਿਰ ਮਾਤਾ ਪਿਤਾ ਇਕੱਠੇ ਹੋਏ, ਉਹਨਾਂ ਸ਼ਗਨ ਲਗਾ ਦਿੱਤਾ, ਫਿਰ ਮਾਤਾ ਪਿਤਾ ਇਕੱਠੇ ਹੋਏ, ਆਪਣੇ ਬੱਚਿਆਂ ਦਾ ਵਿਆਹ ਕਰ ਦਿੱਤਾ, ਉਹਨੂੰ ਇੱਕ ਨਵਾਂ ਜੀਵਨ ਦੇ ਦਿੱਤਾ। ਫਿਰ ਉਹਨਾਂ ਨੇ ਆਪਣੀ ਨਵੀਂ ਜ਼ਿੰਦਗੀ, ਨਵਾਂ ਘਰ ਆਰੰਭ ਕਰਨਾ। ਕਹਿੰਦੇ ਕਿ ਇਸੇ ਤਰ੍ਹਾਂ ਜਿਸ ਦਿਨ ਤੁਸੀਂ ਕਿਸੇ ਗੁਰਮੁਖ ਪਿਆਰੇ ਦੀ ਸੰਗਤ ਦੇ ਸਦਕੇ ਗੁਰੂ ਕੀ ਸੰਗਤ ਵਿੱਚ ਆ ਕੇ ਮੱਥਾ ਟੇਕ ਦਿੱਤਾ, ਆਪਣੇ ਮਨ ਨੂੰ ਰੋਕਾ ਕਰ ਦਿੱਤਾ। ਬਸ ਭਾਈ ਮਨ ਹੁਣ ਗੁਰੂ ਸੰਗਤ ਵਿੱਚੋਂ ਬਾਹਰ ਨਹੀਂ ਜਾਣਾ, ਰੋਕਾ ਹੋ ਗਿਆ ਤੁਹਾਡਾ। ਜਿਸ ਦਿਨ ਤੁਸੀਂ ਗੁਰੂ ਦੀਕਸ਼ਾ ਪ੍ਰਾਪਤ ਕਰ ਲਈ, ਉਸ ਦਿਨ ਸਮਝੋ ਤੁਹਾਡਾ ਸ਼ਗਨ ਪੱਕਾ ਹੋ ਗਿਆ। ਤੁਸੀਂ ਹੁਣ ਚੁਣੇ ਗਏ ਹੋ ਇੱਕ ਦੂਜੇ ਲਈ, ਤੁਸੀਂ ਗੁਰੂ ਦੀਖਿਆ ਪ੍ਰਾਪਤ ਕਰ ਲਈ ਹੈ। ਅਤੇ ਫਿਰ ਤਿਆਰੀ ਕਰੋ ਉਸ ਦਿਨ ਦੀ ਜਿਸ ਦਿਨ ਤੁਹਾਡਾ ਬਾਰਾਤ ਆਉਣੀ ਹੈ। ਬਚਨ ਸੁਣਿਆ ਨਾ, ਕੀ ਨਾ ਸੁਣੇ ਹੀ ਗੋਰੀਏ, ਆਪਣ ਕੰਨੀ ਸੋਏ, ਲੱਗੀ ਆਵੇ ਸਾਹੁਰੈ, ਨਿਤ ਨਾ ਪਈਆ ਹੋਏ। ਜਿਵੇਂ ਕੀ ਤੈਨੂੰ ਸੁਣਾਈ ਨਹੀਂ ਦਿੰਦਾ, ਤੇਰੇ ਸਹੁਰਿਆਂ ਤੋਂ ਬਾਰਾਤ ਤੁਰ ਪਈ ਹੈ। ਯਾਦ ਰੱਖਣਾ, ਸਾਡੀ ਸਭ ਦੀ ਬਾਰਾਤ ਤੁਰ ਪਈ ਹੈ। ਸਮੇਂ 'ਤੇ ਉਸਨੇ ਇਸ ਦਰਵਾਜ਼ੇ 'ਤੇ ਆ ਜਾਣਾ ਹੈ। ਇੱਕ ਦਿਨ ਸਾਨੂੰ ਇਸ ਸਰੀਰ 'ਚੋਂ, ਸਰੀਰ ਰੂਪੀ ਮੜੋਲੀ 'ਚੋਂ ਕੱਢ ਕੇ ਲੈ ਜਾਣਾ ਹੈ। ਜਿਹਨੂੰ ਕਹਿੰਦੇ ਜਿੰਦ ਨਿਮਾਣੀ, ਕੱਢੀਆ ਡਾਂਕੂ ਕੜਕਾਏ। ਉੱਥੇ ਕੀ ਹੈ? ਜਿੰਦ ਵਹੁਟੀ, ਮਰਨ ਵਰ, ਲੈ ਜਾਸੀ ਪਰਣਾਏ। ਅਤੇ ਭਾਈ ਵਿਵਾਹ ਦਾ ਅਤੇ ਮੰਗਲ ਖੁਸ਼ੀਆਂ ਦਾ ਸਮਾਂ ਹੁੰਦਾ, ਅਸਾਂ ਦੁੱਖ ਦਾ ਬਣਾ ਲਿਆ। ਮਹਾਰਾਜ ਕਹਿਣ ਲੱਗੇ ਨਾ, ਇਸ ਨੂੰ ਦੁੱਖ ਨਜ਼ਰ ਨਾ ਦੇਖੋ। ਮਹਾਰਾਜ ਕਿਉਂ ਨਾ ਦੇਖੀ? ਦੁੱਖ ਲੱਗਦਾ ਹੈ। ਕਹਿਣ ਲੱਗੇ ਸਮਝੋ, ਪੀੜਾ ਹੁੰਦੀ ਮਰਨ 'ਤੇ। ਮਹਾਰਾਜ ਕਹਿਣ ਲੱਗੇ ਸਮਝੋ, ਫਿਰ ਪੀੜਾ ਨਹੀਂ ਹੋਏਗੀ। ਜੇ ਤੁਸੀਂ ਆਪਣੇ ਆਪ ਨੂੰ ਪ੍ਰਪੇਅਰ ਕਰ ਲਓਗੇ ਤਾਂ ਪੀੜਾ ਨਹੀਂ ਹੋਏਗੀ। ਕਿੱਦਾਂ ਪ੍ਰਪੇਅਰ ਕਰੀਏ? ਕਹਿਣ ਲੱਗੇ ਸੁਣੋ, ਫਿਰ ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਮਰ ਜਾਣਾ ਐਸਾ ਕੋਈ, ਐਸਾ ਮਰਨਾ ਸਿੱਖੋ ਤੇ ਸਹੀ। ਜਿਵੇਂ ਬੱਚੇ ਇਮਤਿਹਾਨ ਦੇਣਾ ਸਿੱਖਦੇ ਨੇ, ਪ੍ਰੈਕਟੀਕਲ ਕਰਨਾ ਸਿੱਖਦੇ ਨੇ, ਅਸੀਂ ਡਰਾਈਵਿੰਗ ਸਿੱਖਦੇ ਹਾਂ ਅਤੇ ਤਦ ਸਾਡਾ ਇਮਤਿਹਾਨ ਹੁੰਦਾ ਹੈ, ਅਤੇ ਫਿਰ ਅਸੀਂ ਪ੍ਰਪੱਕ ਡਰਾਈਵਰ ਲਾਇਸੈਂਸ ਮਿਲ ਜਾਂਦਾ ਹੈ। ਇਮਤਿਹਾਨ ਅਤੇ ਇਮਤਿਹਾਨ ਵਾਸਤੇ ਸਿੱਖਣਾ ਪੈਂਦਾ। ਕਹਿੰਦੇ ਜੀਵਨ ਕੀ ਹੈ? ਸਿੱਖਿਆ ਲਓ, ਸਿੱਖਿਆ ਕਰੋ ਵੱਡਿਆਂ ਤੋਂ, ਇਹੀ ਤਾਂ ਸਿੱਖੀ ਹੈ। ਹੋਰ ਦੋ ਚਾਰ ਕੱਪੜੇ ਪਾ ਕੇ ਥੋੜ੍ਹਾ ਸਿੱਖੀ ਹੈ ਕਿ ਹਾਂ ਜੇ ਅਸੀਂ ਕੋਈ ਵਿਸ਼ੇਸ਼ ਰੰਗ ਦੇ ਕੱਪੜੇ ਪਾ ਲਏ ਅਸੀਂ ਸਿੱਖ ਹੋ ਗਏ। ਮਾਪਿਆਂ ਦੇ ਘਰ ਜਨਮ ਹੈ, ਮਾਪੇ ਸਿੱਖ ਸਨ, ਅਸੀਂ ਜੰਮੇ ਸਿੱਖ ਹੋ ਗਏ? ਨਹੀਂ ਭਾਈ, ਇੱਥੇ ਸਭ ਕੁਝ ਸਿੱਖਣਾ ਪੈਂਦਾ ਏ। ਜਿਵੇਂ ਸੰਸਾਰ ਦੇ ਹੁਨਰ ਨੂੰ, ਸੰਸਾਰ ਦੇ ਕਿਸੇ ਵਿਦਿਆ ਨੂੰ, ਸੰਸਾਰ ਦੇ ਕਿਸੇ ਸਕਿੱਲ ਨੂੰ ਅਸੀਂ ਸਿੱਖ ਕੇ ਥੋੜ੍ਹਾ ਜੰਮੇ ਹਾਂ, ਇੱਥੇ ਆ ਕੇ ਸਿੱਖਣਾ ਪੈਂਦਾ ਹੈ। ਫਿਰ ਦਾ ਇਮਤਿਹਾਨ ਹੁੰਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜੀਵਨ ਤੁਹਾਨੂੰ ਮਿਲ ਗਿਆ ਹੈ, ਜਨਮ ਮਿਲਿਆ, ਹੁਣ ਸਿੱਖੋ। ਮਹਾਰਾਜ ਕਿਆ ਸਿੱਖੀਏ? ਮਰਨਾ ਸਿੱਖੋ। ਸਿੱਖੋ ਕਿਵੇਂ ਮਰਨਾ ਹੈ, ਕਿਵੇਂ ਸਰੀਰ ਤਿਆਗਣਾ ਹੈ। ਇਹ ਠੀਕ ਹੈ, ਸਾਨੂੰ ਨਹੀਂ ਪਤਾ ਕਿਆ ਜਾਣਾ ਕਿਉਂ ਮਰਾਂਗੇ, ਮੈਨੂੰ ਨਹੀਂ ਪਤਾ, ਪਰ ਇਤਨਾ ਤੇ ਪਤਾ ਨਾ ਕਿ ਮਰਨਾ ਸੱਚ ਹੈ। ਜੇ ਇਤਨਾ ਪਤਾ ਹੈ ਕਿ ਮਰਨਾ ਸੱਚ ਹੈ ਤੇ ਫਿਰ ਮਰਨ ਦੀ ਤਿਆਰੀ ਕਰੋ। ਬਸ ਇਹੀ ਤੇ ਅਫਸੋਸ ਹੈ, ਸੱਚ ਹੈ, ਪਤਾ ਹੈ, ਪਰ ਫਿਰ ਵੀ ਸਾਡੇ 'ਚੋਂ ਕਿਤਨੇ ਕੁ ਜੀਅ ਆ ਜਿਨ੍ਹਾਂ ਆਪਣੇ ਮਰਨ ਦੀ ਤਿਆਰੀ ਕੀਤੀ ਹੈ। ਅਸੀਂ ਆਪਣੇ ਆਪ ਦੇਖੀਏ, ਕਿਤਨੇ ਕੁ ਜੀਅ ਆ ਜਿਨ੍ਹਾਂ ਨੇ ਆਪਣਾ ਕਫਨ ਖਰੀਦਿਆ ਹੋਇਆ, ਕਦੇ ਤਿਆਰੀ ਕੀਤੀ ਹੈ? ਉਮਰ ਦਰਾਜ਼ ਖਿਮਾ ਕਰਨਾ, ਆਪਣੇ ਤੋਂ ਉਮਰ ਦਰਾਜ਼ ਦੇ ਵਿਅਕਤੀਆਂ ਲਈ ਕਦੇ ਦੇਖ ਲਈਏ, ਘਰ ਦੇ ਬਜ਼ੁਰਗਾਂ ਲਈ, ਕਿ ਉਹਨਾਂ ਨੇ ਵਿਆਹ 'ਤੇ ਜਾਣ ਵਾਸਤੇ ਕੱਪੜੇ ਤੇ ਖਰੀਦੇ ਹੋਣਗੇ। ਕੋਈ ਦਾਵਾ ਨਹੀਂ ਕਿ ਕੱਲ੍ਹ ਜਾ ਪਾਵਾਂਗੇ ਕਿ ਨਹੀਂ, ਪਰ ਕੀ ਕਦੇ ਕਿਸੇ ਨੇ ਆਪਣੇ ਕਿਸੇ ਬੈਗ 'ਚ ਕਫਨ ਖਰੀਦ ਕੇ ਰੱਖਿਆ? ਭਾਈ ਬੱਚਿਓ, ਤੁਹਾਨੂੰ ਬਾਜ਼ਾਰ ਨਾ ਜਾਣਾ ਪਏ, ਜਿਸ ਦਿਨ ਕਿਤੇ ਮੇਰਾ ਸਰੀਰ ਛੁੱਟੇ, ਆਹ ਦੇਖੋ ਮੇਰਾ ਬੈਗ ਤਿਆਰ ਹੈ। ਮੈਂ ਐਸੇ ਵਿਅਕਤੀ ਨੂੰ ਮਿਲੇ ਆ, ਦੇਖਿਆ ਜਿਨ੍ਹਾਂ ਨੇ ਆਪਣੀ ਅਟੈਚੀ ਸਾਰਾ ਕੁਝ ਜੋ ਉਸ ਵਕਤ ਸਾਜੋ ਸਮਾਨ ਚਾਹੀਦਾ ਹੁੰਦਾ ਤਿਆਰ ਕੀਤਾ ਹੋਏ, ਅਟੈਚੀ ਬੰਦ ਹੈ, ਅਤੇ ਦੱਸਿਆ ਨੂੰਹਾਂ ਪੁੱਤਰ ਨੂੰ, ਭਾਈ ਜਿੱਦਣ ਮੈਂ ਅੱਖਾਂ ਮਿਟ ਜਾਵਾਂ ਬਾਜ਼ਾਰ ਵੱਲ ਮਤ ਭੱਜਿਓ, ਬਸ ਮੇਰਾ ਬੈਗ ਖੋਲ੍ਹਿਓ, ਮੇਰੀ ਲੋੜ ਦਾ ਸਾਰਾ ਸਾਮਾਨ ਇਹਦੇ 'ਚ ਪਿਆ ਹੋਇਆ, ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ। ਬਸ ਮੇਰੀ ਅਲਮਾਰੀ ਖੋਲ੍ਹੋ, ਬੈਗ ਖੋਲ੍ਹੋ, ਉਹ 'ਚ ਮੇਰਾ ਜਿਹੜਾ ਤੁਸੀਂ ਨਵਾਂ ਸੂਟ ਪਾਉਣਾ ਨਾ ਉਹ ਵੀ ਤਿਆਰ ਹੈ, ਤੁਸੀਂ ਕਫਨ ਲੈਣ ਜਾਣਾ ਨਾ ਉਹ ਵੀ ਤਿਆਰ ਹੈ, ਤੁਸੀਂ ਦਸਤਾਰ ਲੈਣ ਜਾਣਾ ਨਾ ਉਹ ਵੀ ਤਿਆਰ ਹੈ,
सब कुछ दे विच रखिया होया है। किन्ने कुछ जियां सज्जन अपनी मौत की तैयारी की है, तो शायद इक्का दुक्का 1% भी नहीं मिलते जिन्हां तैयारी की है। जानी है किवें मरना है, तैयारी तो करिए। असी तो मौत का नाम लैके डरते हैं। महाराज कहलगे जे मर जाना ऐसा कोई किते सिखो की सीखिए, कहने लगो सेवा हो सब तो वड्डी तैयारी, सेवा करो ताकि भार उतर जाए, ताकि मैल उतर जाए, क्योंकि शरीर छड्डना है। तो जितना जोड़ मजबूत हो गया उन्हें छुटना औखा हो जाएगा ना। जितना मोह दियां तंदां मजबूत होईयां छड्डनियां औखी हो जाणगियां ना। जितनी संसार की पकड़ मजबूत होएगी त्यागनी औखी हो जाएगी ना। तो सेवा की है, अंदर की मैल नूं मुका देंदी है। सेवा हो साहिब समर्थ अपना, अपने समर्थ साहिब की सेवा करिया करो। तो गुरमत का जो बारीक असूल है वो सेवा दे नाल सिमरन नूं जोड़दा है। अज तक कली सेवा नूं असीं वेखिया नहीं मनिया जाता, जिथे भी किते सेवा हुंदी है। ठीक है, इन्हां थावां ते साडी संगत घट, इक्का दुक्का जी जांदा, भागां वाला कोई लंगर जाके सवेरे सवेरे करदा नहीं। तो असीं इत्थे एक दिन ऐसा भी सुनिया, सुनिया आया लंगर चों भाई प्रशादे की कमी, तो जवाब की मिलिया ना ना इत्थों किन जाना है। साडी मनोदशा ऐसी हो गई है कि सानू सुनिया देना भी औखा लगन लग पिया। अपील करनी भी जो संविधानिक अपील है वो कहना भी भारा लगना पाया। ना ना प्रशादे पकाने लई ना कहो, लोग बुरा मन जाणगे। इत्थे ख्याल आ गया, मैनू सुनिया मिलिया तो ना ना अनाउंसमेंट ना करियो, लोग बुरा मन जाणगे। हैरानी उदों होंदी सेवा वास्ते भी असीं बुरा मन लग पे कि महाराज तो कहने समर्थ दी सेवा करो। तो सेवा करते करते गल्लां भी ना करे। ध्यान रखियो सेवा करन जांदे हो तो दुनिया की गल्लां मत करियो। उदों अपने मन चेत नूं अपने साहिब के चरणों नाल जुड़ जे। उत्थे स्पीकर की गूंज है, कीर्तन सुनींदा है तो मुबारक है, तो जे नहीं तो भाई सतनाम वाहिगुरू तो जाप करते रहो। जो भी बाणी पढ़ सकते हो समय के मुताबिक उचित है वो करते रहो। सेवो साहिब समर्थ है अपना। फिर की होएगा बाबा, कह लगे पंथ सुहेला आगे जाओ। बस इत्थे असां कोई बहुत वड्डे वड्डे अनुष्ठान नहीं करने कि बई कुतर सो जग करना है जां इन्ने लख दा इन्ना वड्डा जग करांगे, पूजा पाठ करांगे तां साडा मरना सुहेला होएगा। नहीं नहीं भाई, वो लोकां दे आडंबर ने। इत्थे सिर्फ अपने साहिब की सेवा सिमरन कर लो, मैल तो मुक्त हो जाओ, सुखैन ही जीवन असी पार लंघ जावांगे। पंथ सुहेला आगे होए याद रखना। लोग कहिंदे कि नहीं कहिंदे पता नहीं, पर गुरमत दर्शन विच ऐसा विधान दस्सिया गया है। जिवें आ मार्ग ने साडे, जिवें असीं घर तो चल के इत्थे आए हाँ, इत्थों चल के दरबार साहिब जाईदा, दिल्ली नूं जाईदा, होर शहरां देशां नूं जाईदा, सड़कां है ना, मार्ग मने जांदे ना। इसे तरह जिस दिन असां इस मात लोक नूं छड्डना है, एक मार्ग अगे भी पैना जी, अगे भी कोई राह पैना जी, उस राह ते जाना पैना है। इसे पावन बाणी थोड़े जिहा अगे होर जावांगे, उस राह दा अगे खुलासा भी मिलेगा। आ अलाहणियां दे विच आपां अलाहणियां दा पाठ जाप कर रहे हैं, इस अलाहणियां विच अगे जाके जिक्र मिलेगा। उस राह ते तुरदियां तुरदियां भाई तैनूं लेफ तलाइयां जल ठंडा भोजन पाओ पानी नहीं मिलना। सुखमनी साहिब पढ़ने वाले दस्सिया गया है, जिह मार्ग के गने जाहे ना कोसा, हर का नाम उहाँ संग तोसा। जे इत्थे नाम जपिया होएगा तो तैनूं मिलेगा। मार्ग जरूर पैना है, उस मार्ग दे वास्ते दुख है, मार्ग दा ही परेशानी है, क्योंकि उत्थे अगे जीव नवें उन्हां लेखा भी लैना, हिसाब भी पुछना, तो भार चुक के आप जाना पैना है। उत्थे कोई कुली नहीं मिलना, उत्थे कोई साधन भी नहीं मिलना, उत्थे कोई वाहन भी नहीं मिलना। हुण किन्ना कु भार चुक के तुर सकते हो। आ लंमेरे सफ़रां च वेखिया है, घरों तुरन लग्या तो असीं बैग ते बैग भर लैने आ, पर जदों किते इस प्लेटफार्म ते ट्रेन शिफ्ट करनी पैंदी ना, फिर लगदा थोड़ा समान हुंदा ते चंगा हुंदा। जिन्होंने किते लंबे सफ़र कीते ने, दो दो तीन तीन बैग चुक लईदे ने, पर जदों किते चढ़ना पैंदा पौड़ियां बैग चुक के, तो फिर पता लगदा ना मना हल्का बैग हुंदा ते चंगा सी। पुराना एक मुहावरा बनया सी, हौला भार साथ दे मोहरे, जिहदा भार घट होएगा वो आपे अगे चला जाएगा,
तो भाई जी ने पंड बहुत ही चुकी हो गया भी पिछे रह जाना। महाराज कहने लगे तुसीं अगे सफ़र ते जाना, पंथ है अगे, पर सेवा सिमरन दे नाल अपना निंदा चुगली दा भार घटा लो। गुरमुख मिटा देंदे ने सारा भार ते हल्के फुल हो के तुर जाते ने। फिर कहने लगे पंथ सुहेलै जावो, वो भाई इस राह ते जाना पैना है। ऐसा नहीं भी मैं कहदा मैनू नहीं तुहानू नहीं, भाई सब नू जाना पैना। केवल ते केवल जितनी श्रेष्ठता असीं इत्थे प्राप्त कर लांगे उन्नी साइड बदल जाएगी, बस इतना होएगा। राह तो मिलेगा पर उसकी साइड बदल जाएगी। जिवें किसी ने बाजार चों होके जाना तो किसी ने बाजार दे विच नहीं जाना, बस इन्ना कुछ होएगा। बहुते जियां ने जम के मार्ग जाना है, जिहड़े गुरमुख हो जाणगे वो उस मार्ग ते जाणगे जिस मार्ग विच जम दा टिकाणा नहीं होंदा, बस इन्ना कुछ होएगा। इसे करके गुरमुखां दा मार्ग वखरा हो जाता है। जाना जरूर पैंदा है, ऐसा नहीं कि ना जाना पवे, बस मार्ग वखरा हो जाएगा। ते जम ना पेखै नायन, जिस मार्ग ते जम बैठा हुंदा है संत जनां दा मार्ग दुरारी वखरा हो जाता है। कहन लगे वो सुहेला पंथ है। पंथ सुहेलै जावो तां फल पावो, वो सौखे सराह ते जाओगे, सुखैन मार्ग ते चलोगे तां ही जाके को फल मिलेगा ना। क्योंकि फल तो मान लो 100 मील दूर मंजिल है, हुण जाना भी सी 100 मील होवे, रस्ते च रुकावटां भी होण ते भाई वो राह चुनीदा है जिस राह दे विच रुकावटां घੱਟ होवण जी। ठीक है, इसी तरह वो राह चुनो जिस च रुकावटां घੱਟ ने। गुरमुख पंथ विच कोई रुकावट नहीं जी, इस करके गुरमुख पंथ चुन लो। तो गुरमुख पंथ कोई कपड़े लिबासां वाला थोड़ा है। गुरमुख पंथ की पहचान है सिमरन ते सेवा। सिमरन ते सेवा ते अपने गुरु के हुक्म की तामील। गुरु के हुक्म मन्निए होवे प्रवान तो खसमे का महल पाए सी, तां उत्थे पहुँचांगे। पंथ सुहेलै जावो तां फल पावो, आगे मिले वडाई। ते जदों उत्थे पहुँचोगे तुहाडा भार हौला होएगा, तुसीं मंजिल ते पहुँचोगे तां वडियाई मिलेगी ना। ते जे राह विच मर मुक गए तो कौन वडियाई देगा। आ जिहड़े जन्म हुंदे ना, ये रस्ते चों ही वापस आउणा पैंदा है। मंजिल ते सानूं जाना पैना है, पर जिहड़ा जन्म है ना, इत्थे पहुँच नहीं पाते, रस्ते चों मुड़ाने, रस्ते चों नहीं इम्तिहान होए फिर वापस पा। कोई 10 कदम तो, कोई 20 कदम तो, कोई 10 मील तो वापस आ रहे हैं। फिर वारी मिल गई पई, फिर निंदा चुगलत बचा कर फिर नहीं किया। फिर जम जम मरै मरै फिर जमै, बहुत सजाए पया देश लम्मै। आउणा पैना, जाना आवो जाओ, जन्म मरण चलता रहना है। तो भाई जिहड़े इत्थे गुरमुख पंथ नूं चुन लैणगे, जिहड़े सेवा ते सिमरन नूं चुन लैणगे, जिहड़े परोपकार नूं चुन लैणगे, निंदा चुगली तो बच जाणगे, कौड़े बोलां, ये बड़े निके निके पक्ष ने जिहड़े चुनते ने। फिर आगे जावांगे, फिर फल प्राप्त होएगा। आगे मिले वडाई, उत्थे वडियाई मिलेगी। जिवें जिहड़े कदे कदे वेखिया ना, मैराथन दौड़ होंदी है, 40-42 किलोमीटर दौड़ना पैंदा है। सारे तो नहीं दौड़ सकते ना। कदे कदे वेखते ना, कोई 5 किलोमीटर ते मुड़ गया, कोई 10 ते मुड़ गया, कोई 20 ते मुड़ गया। कुछ नहीं जो 21-22 कढ़ लेंदे ने, तो फिर कोई वो भी नहीं जो पार कर जाते हैं। अगे फिर वडियाई मिलती है। जिहड़े अगे खड़े ने लोग वो सत्कार करते हैं, फुल माला लैके खड़े जे। असीं सुनिया रे रे दरगाह कहे ना को, आओ बैठ आदर शुभ देव। भाई आ जाओ, तुसीं जित के आए हो, तुसीं ते मान प्राप्त करके आए हो। ते भगत जन ते केवल दुनिया जित मान प्राप्त नहीं कीते। कहन लगे चलते चलते इन्ने उच्चे चले गए, राम कबीरा एक भय है। चलते चलते प्रभु के सिंघासन ते अब तो जाए चढ़े सिंघासन। तुरदे 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 प्यार ना गलवकड़ी ऐसे नूं कहा, इत्थे आके बह जाओ। वो सिंघासन ते बैठ गए। हुण पता ही लगता राम कदों ते कबीर कदों, इको एक हो गए। आगे मिले वडाई, पर बाबा किदां जाइए। कहन लगे भेटा स्यों जावो। असीं भेटे का अर्थ साढ़े टीकाकार भेटा माया समाप्त नहीं लैके कहें, नहीं भेटा मुलाकात आ। वो मार्ग जिते मुलाकात, भेट का मतलब मुलाकात होंदा है, मिलाप का मार्ग, मिलन का मार्ग जाओ। भेटा स्यों जावो, मिलन के मार्ग ते जाओ। संसार 2 प्रकार के जीवन ने,
एक मिलन वाला तो एक विछड़न वाला। एक वो है जिन विछोड़ा पैदा हो रहा, संसार वाल मूँह कर लिया तो परमात्मा तो विछोड़ा है। एक वो मार्ग है जिते परमात्मा नाल मिलाप है। तो सानू कहंदा भाई तोड़न का काम नहीं करीदा, जुड़न का काम करीदा है। भाई साहब सानू कहंदे हुंदे सी कीर्तन जब संगत हो रहा है, संगत बैठी होवे, इन्ने अदब दे नाल विचों उठ के जाओ कि तुहाडे सदके किसी की बिरती ना टुटे। बा मुश्किल कोई जुड़ता है भाई, पता नहीं कितना वो घरों चल के है, किस परेशानी च है, थक्का टुटिया होया है, वो आके बह गया, टिक गया, जुड़ गया है, तो लागों तुसीं उठदे इन्ना खलारा पा के उठदे हो कि 10 बंदियां नूं तोड़दे हो। बैठन लग्गिया भी 10 नूं तोड़ के बहंदे हो ना भाई। बैठन लग्गिया जिथे थां मिले अदब ना बैठो, तो उठन लग्गिया भी इन्ने अदब ना उठो कि तुहाडे करके किस दा ध्यान ना टुट जाए, किते दोष तुहाडे ते तोड़न दा ना लग जाए, जुड़न दा लगे। जुड़ो भेटै स्यों जावो तां कि मिलेगा, सच समावो। जे इत्थे मिलाप दा मार्ग अपना लोगे, जुड़न दा मार्ग अपना लोगे, तां सच तक पहुँच मिलेगी। तां पत लिखै पाई, तां तुहाडी जिंदगी दी इज्जत किसी लेखे पएगी, नहीं तां किसी लेखे नहीं पाओगे। आए ते गए, हवा दे विच चलदे होए तीरां वांग रह जाओगे, पानी च खिच्चियां लकीरां वांग रह जाओगे। जदों पहुँच गए मंजिल ते फिर की मिलेगा, कहने लगे महली जाए पावो। चलते चलते समार्ग ते चलो, सिमरन ते सेवा दे मार्ग ते महल च पहुँच प्राप्त करो, अपने प्रभु नूं मिलो। महली जाए पावो, खसमै भावो। तो जो जाओगे तो सब तुम चंगा कहणगे, जीव आया कहणगे, अपने मालक नूं चंगे लग जाओगे। तो रंग सो रलिया माण है। फिर जिहड़ा महल प्राप्त कर लिया अपने प्रीतम दा, अपने प्रीतम के देश, गल्ली बाती ते नहीं ना, भजन बंदगी करके फिर उत्थे रलियां माणो, फिर उत्थे आनंद माणो दी निकटता दा। इस करके लोको मरण ना मंदा लोका आखिए, लोको मौत नूं बुरा ना कहो, मौत ते मिलाप दा एक कारण है। इस सदके इस संसार दे 5 तत्तां तो छुटकारा हो के परम आनंद तत्व विच मिलाप हो सकता है। पर जे कोई मर जाना, मरना तो सीखना पैना ना। इसे करके महाराज कहणगे इत्थे सीखो, मरना सीखो। जीवन दी गल्लां ते सारे संसार दे लोग करदे होणगे, गुरु नानक जीवन जिउंदे सिखांदे ने ते मरना भी सिखांदे ने। गुरुदेव कृपा करन असीं जीवन दी सही जुगत सिख सकीए ते मरना प्रवान हो सके। भुल चुक दी खिमा, आसीस ते प्यार दिंदे फतेह बुलावना। वाहिगुरू जी का खालसा, वाहिगुरू जी की फतेह।